ਅੱਜ ਇਹ ਬੋਰਡ ਲਗਾਏ ਜਾ ਰਹੇ ਆ, ਤੁਸੀਂ ਵੀ ਪਹੁੰਚੇ ਹੋ ਮੌਕੇ ਤੇ। ਇਹ ਬੋਰਡ ਕਿਉਂ ਲਗਾਏ ਜਾ ਰਹੇ? ਇਹ ਬੋਰਡ ਇਸ ਲਈ ਲਗਾਏ ਜਾ ਰਹੇ ਆ ਕਿਉਂਕਿ ਜਿੰਨੇ ਭੋਲੇ ਭਾਲੇ ਲੋਕ ਬੈਠੇ ਆ, ਇਹਨਾਂ ਨੇ ਕੁਝ ਜਿਹੜੇ ਮੋਹਤਵਾਰ ਬੰਦੇ ਆ ਜਿਨ੍ਹਾਂ ਨੇ ਕਲੋਨੀ ਕੱਟੀ ਆ, ਉਹਨਾਂ ਨੇ ਇਹਨਾਂ ਤੋਂ ਕਿਸ਼ਤਾਂ ਦੇ ਪੈਸੇ ਲਿੱਤੇ ਹੋਏ ਆ। ਜਿਵੇਂ ਕਿਸ਼ਤਾਂ ਕਰਤੀਆਂ, ਥੋੜੇ ਥੋੜੇ ਪੈਸੇ ਲਈ ਜਾਂਦੇ ਆ, ਲੇਕਿਨ ਅੱਜ ਤੱਕ ਇਹਨਾਂ ਦੀ ਰਜਿਸਟਰੀ ਨਹੀਂ ਹੋਈ। ਇਹ ਸਾਰਿਆਂ ਦੇ ਨਾਲ ਮੈਡਮ ਇਹ ਠੱਗੀ ਕੀਤੀ ਗਈ ਹੈ ਜੀ? ਫਿਰ ਇਹ ਲੋਕ ਜਿੰਨੇ ਵੀ ਇੱਥੇ ਬੈਠੇ ਨੇ, ਇਹ ਸਾਰੇ ਲੋਕ ਤੁਹਾਨੂੰ ਆਪਣੀ ਜ਼ਬਾਨੀ ਦੱਸਣਗੇ ਵੀ ਹੋਇਆ ਕਿ ਇਹ ਜਗ੍ਹਾ ਕਿਵੇਂ ਖਰੀਦੀ, ਇਹਨਾਂ ਨੂੰ ਦਿੱਤਾ ਕਿ ਕਿਉਂਕਿ ਜਿਹੜੀ ਜਗ੍ਹਾ ਵਿਕ ਹੀ ਨਹੀਂ ਸਕਦੀ, ਜਿਹਦੀ ਰਜਿਸਟਰੀ ਨਹੀਂ ਹੋ ਸਕਦੀ, ਪਟਵਾਰੀ ਦੇ ਪਟਵਾਰਖਾਨੇ ਦੇ ਜਿਹੜਾ ਰਿਕਾਰਡ ਆ ਉਹਦੇ ਵਿੱਚ ਇਹਦੀ ਰਪਟ ਲਿਖੀ ਗਈ ਆ। ਮੈਂ ਬੜਾ ਹੈਰਾਨ ਆ, ਜਿੱਥੇ ਮੀਟਰ ਲੱਗਿਆ, ਮੀਟਰ ਵੀ ਉਹ ਲੱਗਿਆ ਚਿੱਪ ਵਾਲੇ ਮੀਟਰ ਆ। ਜਿਹੜੇ ਹੋਰ ਜਗ੍ਹਾ ਜਿਹੜੀਆਂ ਜਿੱਥੇ ਵੀ ਉਹ ਤਾਂ ਬਿਜਲੀ ਬੋਰਡ ਜਿਹੜਾ ਦੇ ਵਿਭਾਗ ਆ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ, ਉਹ ਤਾਂ ਕਹਿੰਦੇ NOC ਤੋਂ ਬਿਨਾ ਮੀਟਰ नहीं लगता, तो ये मीटर किमें लग गए? तो हम देखे कि चलो रोड पे किनारे है, हमें तो इस चीज़ का डाउट ही नहीं था कि इसमें इतना ओला है। बोला होगा कि किस्तों पर पैसे दे दो, उन्होंने क्या किस्तों पे पैसे दे दो, अब थोड़े थोड़े करके पैसे देते जाओ, अपना बना लो रहो। तो इस चक्कर से हमने सोचा कि चलो यहाँ पे बना लेते हैं, यहाँ रेंट पे रह रहे हैं तो हमारा 2 पैसे रेंट का बचेगा, और यहाँ पे आके फंस गए। अवतार सिंह पहले में ना था, अवतार सिंह आता था से हुई, क्योंकि सीवरेज जाम हो जाता था, कनेक्शन काट के बीच में गिराने के लिए आ गए थे, तो हम उन्हीं को पकड़ते थे कि भाई साहब ये सब क्या रोड़ा रखा है। तो जब हम देखे कि यहाँ पे ज़मीन भी जा रही है, पैसा भी हमारा जा रहा है, तो इसलिए हम यहाँ पे नींव डलवा के फिर टीन टप्पर छा के रहने लगे। मैं कहा नहीं तो हमारा पैसा भी डूब जाएगा और ज़मीन तो जा ही रही है। जब हमको ये सब पता लगा, दिहाड़ी करके काम अपने जैसे बने गुजारा करके चलाते थे, ठीक है। जितना पैसा फूटता था हम लोग किस्त भरते थे। अब कितनी किस्त भर? 3 के आसपास पहुँच गया हमारा। 3 लाख के? हाँ जी। फिर रहते कितने? अभी वो उसका रहता है 1.5 के आसपास रहता है। वो मांगता है वो आके? वो बाबा आता है, मांगते सारा कुछ करते हैं जी, गाली भी देते हैं, पैसे नहीं देते हैं, बोलते हैं हमारी किस्त दो। हाँ जी। अच्छा, तो आपने भी यहाँ पे लिया हुआ? हाँ, हमारा देवर है, हमारे देवर बोल रहे हैं। हम लोग के साथ हम लोग जाहिल जट है, अनपढ़ है, हम लोग का कुछ पता नहीं था। अगर ठगी ठोरी किया है डीलर ने, हम लोग अनपढ़ के बाहर थे, उसने बोला हमने बैंक से रजिस्ट्री करवाएंगे, हमने सारा कुछ करेंगे। हमारे साथ अगर ठगी ठोरी हुआ है तो इसका सरकार के समाधान करना होगा। जो लगित लगा हुआ है उसको मुआवजा दे दे। ਇਹ ਇਹਨਾਂ ਕੋਲੇ ਨਾ ਵਿਚਾਰਿਆਂ ਕੋਲੇ ਕੋਈ ਰਜਿਸਟਰੀ ਬੈਠੇ ਆ, ਪਤਾ ਨਹੀਂ ਹੁਣ ਇਹਨਾਂ ਨੂੰ ਕੌਣ ਇਹਨਾਂ ਨਾਲ ਫਰਾਡ ਹੈ ਕਿ ਫਰਾਡ ਕਿਸਮ ਦਾ ਹੀ ਹੋ ਗਿਆ ਜੀ। ਇਹ ਹੁਣ ਵਿਚਾਰੇ ਦੇਖੋ ਕਿੱਧਰ ਨੂੰ ਜਾਣਗੇ ਨਾ। ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ। ਆਪਣੇ ਫਾਇਦੇ ਦੇ ਲਈ ਅਸੀਂ ਲੋਕ ਇਹ ਤੱਕ ਭੁੱਲ ਜਾਂਦੇ ਆ ਕਿ ਸਾਨੂੰ ਜਿਹੜਾ ਫਾਇਦਾ ਹੋ ਰਿਹਾ ਉਸ ਫਾਇਦੇ ਤੋਂ ਕਿਸੇ ਲੋੜਵੰਦ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ। ਮੇਰੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਹੋਣੀ ਨੇ, ਕੁਝ ਲੋਕ ਨੇ। ਮੈਂ ਦੱਸ ਦੇਣਾ ਤੁਹਾਨੂੰ, ਇੱਕ ਵਾਰ ਮੈਂ ਚਾਹੂੰਗਾ ਪਹਿਲਾਂ ਤੁਹਾਨੂੰ ਨਾ ਇੱਕ ਤਸਵੀਰ ਦਿਖਾ ਦਿਆਂ। ਮੈਂ ਸਾਰੀ ਨਾ ਇੱਧਰ ਆ ਜਾਓ ਜੀ, ਇੱਧਰੋਂ ਆ ਕੇ ਘੁਮਾ ਕੇ ਦਿਖਾਓ। ਆ ਜਿੱਥੇ ਤੁਸੀਂ ਵਾਰਡ ਲੱਗੀ ਦੇਖ ਰਹੇ ਹੋ, ਆ ਜਿਹੜੀ ਵਾਰਡ ਲੱਗੀ ਹੋਈ ਹੈ, ਇਸ ਵਾਰਡ ਤੋਂ ਪਰਲੇ ਪਾਸੇ ਦੀ ਜਿਹੜੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਖੇਤੀ ਲਾਇਕ ਹੈ, ਉਸ ਦੇ ਮਾਲਕ ਕੋਈ ਹੋਰ ਨੇ। ਪਰੰਤੂ ਇੱਧਰਲੀ ਸਾਈਡ ਜਿਹੜੀ ਵੀ ਤੁਸੀਂ ਜ਼ਮੀਨ ਦੇਖ ਰਹੇ ਹੋ, ਕਿਹਾ ਜਾਂਦਾ ਕਿ 200 ਕਿੱਲੇ ਦੇ ਕਰੀਬ ਜਿਹੜੀ ਅਲੱਗ-ਅਲੱਗ ਹਲਕਿਆਂ ਦੇ ਵਿੱਚ ਇੱਕ ਮਾਲਕ ਦੀ ਜ਼ਮੀਨ ਹੈ। ਔਰ ਉਹ ਮਾਲਕ ਮੈਂ ਤੁਹਾਨੂੰ ਦੱਸ ਦਿੰਦਾ ਕੌਣ ਸੀ। ਉਹ ਮਾਲਕ ਇੱਕ ਮਹੰਤ ਸੀ। ਉਸ ਤੋਂ ਬਾਅਦ ਇਸ ਜਗ੍ਹਾ ਦਾ ਵਾਲੀ ਵਾਰਿਸ ਕੌਣ ਬਣਿਆ ਉਹ ਵੀ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ। ਫਿਲਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਾਰਪੋਰੇਸ਼ਨ ਵੱਲੋਂ ਜਿਹੜੇ ਆ ਬੋਰਡ ਲਗਾਏ ਜਾ ਰਹੇ ਆ। ਹਲਕਾ ਦੱਖਣੀ ਦੀ ਇਹ ਤਸਵੀਰ ਹੈ। ਬੋਰਡਾਂ ਦੇ ਉੱਪਰ ਆਪਾਂ ਬਾਅਦ ਦੇ ਵਿੱਚ ਆਉਂਦੇ ਹਾਂ। ਪਹਿਲਾਂ ਮੈਡਮ ਵਿਧਾਇਕ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਲੁਧਿਆਣਾ ਲਾਈਵ ਤੇ। ਸਤਿ ਸ਼੍ਰੀ ਅਕਾਲ ਜੀ। ਇਹ ਜਗ੍ਹਾ ਕਿਹੜੀ ਹੈ ਜੀ? ਜਗ੍ਹਾ ਇਹ ਜਿਹੜੀ ਜਗ੍ਹਾ ਇਹ ਲੋਹ ਲੰਗਰ ਦੀ ਜਗ੍ਹਾ ਤੇ ਇਹ ਮਹੰਤਾਂ ਦੀ ਜਗ੍ਹਾ ਵਾ। ਲੋਹ ਲੰਗਰ? ਹਾਂਜੀ। ਤੇ ਮਹੰਤ ਦਲਵਾਗ ਰਾਏ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ। ਅਗਲਾ ਮਹੰਤ ਹਜੇ ਥਾਪਿਆ ਨਹੀਂ ਗਿਆ। ਅੱਛਾ ਜੀ।
ਤੇ ਮੈਨੂੰ ਅੱਜ ਤੁਸੀਂ ਆ ਇੱਕ ਵਾਰ ਉਹ ਬੋਰਡ ਵੀ ਦਿਖਾ ਦਿਓ। ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਲੋ ਲੰਗਰ ਦੀ ਕਿਸੇ ਵੀ ਜ਼ਮੀਨ ਦੀ ਖਰੀਦੋ ਫਰੋਖਤ ਤੇ ਰੋਕ ਲੱਗੀ ਹੋਈ ਹੈ। ਬਾ ਹੁਕਮ ਤਹਿਸੀਲਦਾਰ ਸਾਹਿਬ ਲੁਧਿਆਣਾ ਕੇਂਦਰੀ। ਮੈਡਮ ਅੱਜ ਇਹ ਬੋਰਡ ਲਗਾਏ ਜਾ ਰਹੇ ਆ, ਤੁਸੀਂ ਵੀ ਪਹੁੰਚੇ ਹੋ ਮੌਕੇ ਤੇ, ਇਹ ਬੋਰਡ ਕਿਉਂ ਲਗਾਏ ਜਾ ਰਹੇ? ਇਹ ਬੋਰਡ ਇਸ ਲਈ ਲਗਾਏ ਜਾ ਰਹੇ ਆ ਕਿਉਂਕਿ ਜਿੰਨੇ ਭੋਲੇ ਭਾਲੇ ਲੋਕ ਬੈਠੇ ਆ, ਇਹਨਾਂ ਨੇ ਕੁਝ ਜਿਹੜੇ ਮੋਹਤਵਾਰ ਬੰਦੇ ਆ ਜਿਨ੍ਹਾਂ ਨੇ ਕਲੋਨੀ ਕੱਟੀ ਆ, ਉਹਨਾਂ ਨੇ ਇਹਨਾਂ ਤੋਂ ਕਿਸ਼ਤਾਂ ਦੇ ਪੈਸੇ ਲਿੱਤੇ ਹੋਏ ਆ। ਜਿਵੇਂ ਕਿਸ਼ਤਾਂ ਕਰਤੀਆਂ, ਥੋੜੇ ਪੈਸੇ ਲਈ ਜਾਂਦੇ ਆ, ਲੇਕਿਨ ਅੱਜ ਤੱਕ ਇਹਨਾਂ ਦੀ ਰਜਿਸਟਰੀ ਨਹੀਂ ਹੋਈ। ਇਹ ਸਾਰਿਆਂ ਦੇ ਨਾਲ ਮੈਡਮ ਇਹ ਠੱਗੀ ਕੀਤੀ ਗਈ ਹੈ ਜੀ। ਫਿਰ ਇਹ ਲੋਕ ਜਿੰਨੇ ਵੀ ਇੱਥੇ ਬੈਠੇ ਨੇ, ਇਹ ਸਾਰੇ ਲੋਕ ਤੁਹਾਨੂੰ ਆਪਣੀ ਜ਼ਬਾਨੀ ਦੱਸਣਗੇ ਵੀ ਹੋਇਆ ਕਿ ਇਹ ਜਗ੍ਹਾ ਕਿਵੇਂ ਖਰੀਦੀ, ਇਹਨਾਂ ਨੂੰ ਦਿੱਤਾ ਕਿ ਕਿਉਂਕਿ ਜਿਹੜੀ ਜਗ੍ਹਾ ਵਿਕ ਹੀ ਨਹੀਂ ਸਕਦੀ, ਜਿਹਦੀ ਰਜਿਸਟਰੀ ਨਹੀਂ ਹੋ ਸਕਦੀ, ਪਟਵਾਰੀ ਦੇ ਪਟਵਾਰਖਾਨੇ ਦੇ ਜਿਹੜਾ ਰਿਕਾਰਡ ਆ ਉਹਦੇ ਵਿੱਚ ਇਹਦੀ ਰਪਟ ਲਿਖੀ ਗਈ ਆ, ਜਿਹਦੀਆਂ ਰਜਿਸਟਰੀਆਂ ਨਹੀਂ ਲਿਖੀਆਂ ਗਈਆਂ। ਮੈਂ ਬੜਾ ਹੈਰਾਨ ਆ, ਜਿੱਥੇ ਮੀਟਰ ਲੱਗਿਆ, ਮੀਟਰ ਵੀ ਉਹ ਲੱਗਿਆ ਚਿੱਪ ਵਾਲੇ ਮੀਟਰ ਆ। ਜਿਹੜੇ ਹੋਰ ਜਗ੍ਹਾ ਜਿਹੜੀਆਂ ਜਿੱਥੇ ਵੀ ਉਹ ਤਾਂ ਬਿਜਲੀ ਬੋਰਡ ਜਿਹੜਾ ਦੇ ਵਿਭਾਗ ਆ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ, ਉਹ ਤਾਂ ਕਹਿੰਦੇ NOC ਤੋਂ ਬਿਨਾ ਮੀਟਰ ਨਹੀਂ ਲੱਗਦਾ, ਤੇ ਇਹ ਮੀਟਰ ਕਿਵੇਂ ਲੱਗੇ? ਜੀ ਮੈਡਮ ਬਿਲਕੁਲ ਸਹੀ ਗੱਲ ਹੈ ਜੀ। ਮੈਡਮ ਇਹ ਫਿਰ ਜਿੰਨੇ ਵੀ ਹੁਣ ਅੱਜ ਲੋਕ ਨੇ, ਇਹ ਇੱਕੋ ਹੀ ਮਾਲਕ ਹੈ ਜਿਨ੍ਹਾਂ ਕੋਲੋਂ ਇਹਨਾਂ ਨੇ ਜ਼ਮੀਨ ਖਰੀਦੀ ਹੈ ਜੀ? ਇਹ ਖੁਦ ਦੱਸਣਗੇ, 3-4 ਮਾਲਿਕ ਆ, ਕਿਉਂਕਿ ਇਹਦੀ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਆ। ਇਨਕੁਆਇਰੀ ਦੇ ਵਿੱਚ ਸਾਰੇ ਉਹ ਜਿਹੜੇ ਆ ਉਹਨਾਂ ਨੂੰ ਇਨਵੋਲਵ ਕੀਤਾ ਜਾਊਗਾ, ਜਿਹੜੇ ਇਹਦੇ ਵਿੱਚ ਜਿਨ੍ਹਾਂ ਨੇ ਵੇਚੋ ਖਰੀਦੋ ਫਰੋਖਤ ਕੀਤੀ ਆ। ਮੈਂ ਉਹੀ ਜਾਣਨਾ ਚਾਹੁੰਦਾ ਕਿ ਅੱਜ ਇਹ ਜਿਹੜਾ ਬੋਰਡ ਲੱਗਿਆ ਹੈ, ਬਾ ਹੁਕਮ ਜਿਹੜਾ ਮਾਣਯੋਗ ਅਦਾਲਤ ਵੱਲੋਂ ਹੁਕਮ ਜਾਰੀ ਕੀਤਾ ਗਿਆ, ਤਾਂ ਅਦਾਲਤ ਦਾ ਕਿਵੇਂ ਇਸ ਦੇ ਵਿੱਚ ਇੱਕ ਮਹੱਤਵ ਜਿਹੜੇ ਲੋਕ ਨੇ ਲੋੜਵੰਦ, ਉਹਨਾਂ ਨੇ ਆਪਣੇ ਮਕਾਨ ਛੱਤੇ ਨੇ, ਤਾਂ ਉਸ ਤੋਂ ਬਾਅਦ ਅਦਾਲਤ ਵੱਲੋਂ ਕਿਸ ਤਰ੍ਹਾਂ ਹੁਕਮ? ਇਹ ਜਿਹੜੀ ਜਗ੍ਹਾ ਵਾ ਇਹਨੂੰ ਸੁਪਰੀਮ ਕੋਰਟ ਨੇ ਪਹਿਲਾਂ ਹੀ ਸਰਕਾਰੀ ਜਿਹੜੀ ਜ਼ਮੀਨ ਕਰ ਦਿੱਤੀ ਆ, ਮਤਲਬ ਕਿ ਇਹ ਜਿਹੜੀ ਜ਼ਮੀਨ ਆ ਸਰਕਾਰੀ ਆ, ਜਿਹੜੀ ਸਰਕਾਰ ਦੀ ਆ। ਜਿਸ ਟਾਈਮ ਇਹਨਾਂ ਦੀ ਮਹੰਤਾਂ ਦੀ ਇੱਕ ਕਮੇਟੀ ਬਣੂਗੀ, ਫਿਰ ਉਹਦੇ ਨੈਕਸਟ ਉਹ ਜਿਹੜਾ ਉਹਨੂੰ ਥਾਪਿਆ ਜਾਊਗਾ ਕਮੇਟੀ ਮੈਂਬਰ ਨੂੰ, ਕਿਉਂਕਿ ਆਪਣੇ ਏਰੀਆ ਦੇ ਵਿੱਚ ਕਾਫੀ ਜਗ੍ਹਾ ਤੇ ਜਗ੍ਹਾ ਜ਼ਮੀਨ ਪਈ ਹੋਈ ਆ, ਜਿਹਦੇ ਵਿੱਚ ਇੱਕ DC ਮੈਮ ਨੇ ਕਮੇਟੀ ਬਣਾਈ ਆ, ਜਿਹਦੇ 3 ਹਲਕਿਆਂ ਦੇ ਉਹਦੇ ਵਿੱਚ ਹੈਗੇ ਆ, ਨਹੀਂ MLA ਨਹੀਂ, ਉਹਨਾਂ ਦੇ SSP ਸਾਹਿਬ ਹੈਗੇ ਆ, ਤੇ ਨਾਲ ਤਹਿਸੀਲਦਾਰ ਸਾਹਿਬ। ਇਹਨਾਂ ਦੀ ਇੱਕ ਸਿੱਟ ਬਣਾ ਦਿੱਤੀ ਆ। ਉਹ ਸਾਰਾ ਇਹ ਇੱਥੇ ਜਿੱਥੇ ਵੀ ਜ਼ਮੀਨ ਪਈ ਆ ਉੱਥੇ ਬੋਰਡ ਲੱਗ ਰਹੇ ਆ। ਆਪਣੇ 2-3 ਜਗ੍ਹਾ ਜਿੱਥੇ ਵੀ ਇਹ ਜ਼ਮੀਨ ਪਈ ਆ ਉੱਥੇ ਅੱਜ ਸਾਰੇ ਇਹ ਬੋਰਡ ਲੱਗੇ। ਕਿੰਨੀ ਕੁ ਜ਼ਮੀਨ ਲਗਭਗ ਤੁਹਾਡੇ ਅੰਦਾਜ਼ੇ ਨਾਲ ਹੈਗੀ? ਇੱਥੇ ਜਿੱਥੇ ਆਪਾਂ ਖੜੇ ਆ 11-12 ਕਿੱਲੇ ਦੇ ਕਰੀਬ ਹੈਗੀ ਆ। 11-12 ਕਿੱਲੇ ਤਾਂ ਇਹ ਸਾਰੇ ਖਰੀਦਦਾਰ ਖੜੇ ਆ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ। ਮੈਂ ਕਰਦਾ ਜੀ। ਇਹਨਾਂ ਨੇ ਜ਼ਮੀਨ ਖਰੀਦੀ ਕਿਵੇਂ, ਇਹਨਾਂ ਕੋਲੇ ਰਜਿਸਟਰੀ ਕਿਵੇਂ ਆਈ, ਤੇ ਜਿਨ੍ਹਾਂ ਕੋਲੇ ਰਜਿਸਟਰੀਆਂ ਹੈ ਨਹੀਂ ਉਹਨਾਂ ਲਈ ਕੀ ਹੋ ਰਿਹਾ, ਉਹ ਆਪਣੇ ਮਾਲਕਾਂ ਨਾਲ ਜਿਨ੍ਹਾਂ ਤੋਂ ਲਈ ਆ ਗੱਲ ਕਰ ਰਹੇ ਆ, ਤੇ ਉਹ ਇਹਨਾਂ ਨੂੰ ਕੀ ਜਵਾਬ ਦਿੰਦੇ ਆ ਖੁਦ ਦੱਸਣਗੇ ਤੁਹਾਨੂੰ। ਅਗਰ ਅਦਾਲਤ ਨੇ 3 ਜ਼ਿਲ੍ਹਿਆਂ ਦੇ SSPs ਨੂੰ ਜਿਹੜਾ ਕਮੇਟੀ ਸਿੱਟ ਦਾ ਮੈਂਬਰ ਬਣਾਇਆ, ਤਾਂ ਜ਼ਮੀਨ 3 ਹਲਕਿਆਂ ਦੇ ਵਿੱਚ ਇਸ ਦਾ ਮਤਲਬ ਪਈ ਹੈ? ਪੰਜਾਬ ਦੇ ਜਿਹੜੇ ਕਈ ਜਗ੍ਹਾ ਤੇ ਆਪਣੇ ਜਿਵੇਂ ਗਿੱਲ, ਰਣੀਆਂ, ਜਗਰਾਉਂ, ਕਈ ਜਗ੍ਹਾ ਦੇ ਵਿੱਚ ਇਹ ਜ਼ਮੀਨ ਪਈ ਹੈ। ਤੇ ਇਹ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਜਿਹੜੇ ਮਾਲਕ ਨੇ ਇਸ ਜਗ੍ਹਾ ਦੇ, ਤਾਂ ਉਸ ਤੋਂ ਬਾਅਦ ਫਿਰ ਮਹੰਤਾ ਵੱਲੋਂ ਮਾਲਕੀ ਲੈਣ ਖਾਤਰ ਜਿਹੜਾ ਕੇਸ ਕੀਤਾ ਗਿਆ ਸੀ? ਇਹਦਾ ਪਹਿਲਾਂ ਹੀ 1980 ਦੇ ਕਰੀਬ ਚੱਲ ਰਿਹਾ, ਬਹੁਤ ਪਹਿਲਾਂ ਦਾ ਕੇਸ ਚੱਲ ਰਿਹਾ ਇਹਦਾ। ਹਾਂਜੀ, ਸੁਪਰੀਮ ਕੋਰਟ ਤੱਕ ਇਹਦਾ ਕੇਸ ਚੱਲਿਆ। ਬਹੁਤ ਸਾਰੇ ਲੋਕਾਂ ਦੇ ਕੋਲੇ ਜਾਲੀ ਪਾਵਰ ਆਫ ਅਟਾਰਨੀਆਂ ਬਣਾਈਆਂ ਗਈਆਂ, 34 ਦੇ ਕਰੀਬ ਜਿਹੜੀਆਂ ਪਾਵਰ ਆਫ ਅਟਾਰਨੀਆਂ ਕੈਂਸਲ ਕਰਵਾਈਆਂ ਗਈਆਂ। ਜ਼ਮੀਨ ਇੱਕ ਮਹੰਤ ਦੀ ਸੀ, ਤਾਂ ਉਸ ਤੋਂ ਬਾਅਦ ਵੇਚੀ ਜਿਹੜੀ ਆਮ ਲੋਕਾਂ ਵੱਲੋਂ ਜਾ ਰਹੀ ਹੈਗੀ। ਇਹਦੇ ਵਿੱਚ ਬਹੁਤ ਸਾਰੇ ਜਿਹੜੇ ਦਾਅਵੇਦਾਰ ਖੜੇ ਹੋ ਗਏ ਆ, ਬੜੀਆਂ ਸਾਰੀਆਂ ਰਜਿਸਟਰੀਆਂ ਲੈ ਕੇ ਮੇਰੇ ਕੋਲੇ ਆ ਰਹੇ ਆ। ਕੋਈ ਕਹਿੰਦਾ ਮੈਂ 10 ਕਿੱਲੇ ਲਏ ਆ, ਕੋਈ ਕਹਿੰਦਾ ਮੇਰੇ 4 ਕਿੱਲੇ ਆ ਉਸ ਮਹੰਤ ਤੋਂ। ਇਹ ਤਾਂ ਇਹੀ ਕਹਿ ਰਹੇ ਆ ਵੀ ਅਸੀਂ ਉਹ ਮਹੰਤਾਂ ਤੋਂ ਲਈ ਆ, ਲੇਕਿਨ ਉਹ ਮਹੰਤਾ ਕਾਫੀ ਦੇਰ ਦੇ ਇੰਗਲੈਂਡ 'ਚ ਰਹਿ ਰਹੇ ਸੀਗੇ ਤੇ ਕੈਨੇਡਾ। ਉਹਨਾਂ ਦੀ ਅੱਜ ਵੀ ਫੈਮਿਲੀ ਉੱਥੇ ਰਹਿੰਦੀ ਹੈ, ਜਿਹਦੇ ਨਾਲ ਮੇਰੀ ਹਰਪ੍ਰੀਤ ਸਿੰਘ ਗਿੱਲ ਹੈ, ਜਿਹੜਾ ਉਹਨਾਂ ਦੇ ਪਰਿਵਾਰ ਚੋਂ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ। ठीक है जी। हाँ जी, हाँ जी। क्या नाम है आपका? मेरा नाम कृष्णा कुमार यादव जी। कृष्णा जी, आपने ये यहाँ पे घर कब बनाया था? सर हमें तो 3.5 साल हो गए समथिंग। 3.5 तो 3.5 साल पहले आपने ये किस्तों पे ली थी जगह? किस्तों पे लिया था एज एग्रीमेंट। तो आपको किसने ये जगह जो बेची है? सिंह थे जो इसके ऑनर उस समय थे, तो कहते हैं हम इसके ऑनर हैं। उन्होंने एग्रीमेंट बनाया था, उसमें वो 3 पार्टनर थे, अवतार सिंह थे, निर्मल सिंह थे और एक विक्की जिंदल थे, जो वहाँ रोड पे तीनों लोग बैठते थे, कुर्सियाँ लगा के, पूरा मजमा लगता था, भीड़ पूरी होती थी। अच्छा, वो डिलीवरी का ऑफिस था उनका? डिलीवरी का ऑफिस था। हम तो वहाँ विश्वकर्मा चौक की साइड रहते थे, जॉब करते थे, तो आते जाते मुलाकात आए मुलाकात हुआ,
तो हम देखे कि चलो रोड के किनारे है, हमें तो इस चीज़ का डाउट ही नहीं था कि इसमें इतना ओला है। बोला होगा कि किस्तों पर पैसे दे दो। हाँ, उन्होंने क्या किस्तों पे पैसे दे दो, अब थोड़े थोड़े करके पैसे देते जाओ, अपना बना लो रहो। तो इस चक्कर से हमने सोचा कि चलो यहाँ पे बना लेते हैं, यहाँ रेंट पे रह रहे हैं तो हमारा 2 पैसे रेंट का बचेगा, और यहाँ पे आके फंस गए। अच्छा, हाँ जी। तो कितनी किस्तें आपने की इस मकान लेने के लिए, कितनी किस्तें आपने बनाई? हमारा 40-50 हज़ार रुपये छोड़ के बाकी सारे पेमेंट दे चुके हैं। कितनी लगभग कितनी अमाउंट होगी? हमारा 4.5 लाख बना था 50 गज का। तो बयाना भी दिया हुआ होगा आपने? हमने स्टार्टिंग में मतलब जब हमने इनको साई दिया था तो 50 हज़ार रुपये दिया था, उसके बाद में फिर बाकी जैसे 30 हज़ार 40 हज़ार जैसे जैसे हमारे इनकम में बचा पैसा वैसे वैसे हम देते गए इनको। हमारी तो ये चॉइस थी कि जितना जल्दी ख़त्म करके हम अपना कब्जा लें, यहाँ पे रहें। तो मेन जो मालिक बन के आता था आपके पास वो निर्मल सिंह था? अवतार सिंह पहले में ना था, अवतार सिंह आता था। बहुत बार उनसे हुई, क्योंकि सीवरेज जाम हो जाता था, कनेक्शन काट के बीच में गिराने के लिए आ गए थे। अच्छा, तो हम उन्हीं को पकड़ते थे कि भाई साहब ये सब क्या रोड़ा रपा है। तो जब हम देखे कि यहाँ पे ज़मीन भी जा रही है, पैसा भी हमारा जा रहा है, तो इसलिए हम यहाँ पे नींव डलवा के फिर टीन टप्पर छा के रहने लगे। मैं कहा नहीं तो हमारा पैसा भी डूब जाएगा और ज़मीन तो जा ही रही है। जब हमको ये सब पता लगा, अब अदालत ने यहाँ पे बोर्ड लगा दिया है, ठीक है, तो अब क्या करेंगे आप? पैसा भी चले गया आपका, ज़मीन भी जा रही है, तो क्या मांग करते हैं सरकार से आप? ये सुप्रीम कोर्ट या सरकार जी से यही गुहार है कि देखो हमें इस चीज़ का नॉलेज नहीं था और हमें लोगों ने फंसाया ऐसे आके करके, इसका जो कानूनी हल हो वो हल किया जाए हम लोगों का। आपके पास में एग्रीमेंट का कागज है? वो जो पैसा आपने दिया उसकी रसीद है आपके पास? हाँ जी, हाँ जी सर, रसीद भी है आपके पास, वो दिखा सकते हैं आप? अभी है आपके पास? अवेलेबल नहीं है। अभी यहाँ पे अवेलेबल नहीं है। और कितने घर वाले हैं जी यहाँ पे, और जिन्होंने मकान लिया है? हाँ, आपने भी मकान लिया जी? लिया आपने मकान? हाँ जी, हाँ जी। क्या नाम है आपका? सरिता। सरिता जी, आपने कब लिया यहाँ पे मकान? 2 साल पहले लिया सर। किस्तों पर ही लिया था? हाँ जी। तो कितनी किस्तें आपने दी? 4-5 जा चुकी है सर। 4-5 दी? कितनी कितने की? 60-60 हज़ार की है। 60-60 हज़ार की 4-5 दे दी। अभी आपके कितने पैसे रहते हैं? अब ये तो मुझे इन्फॉर्मेशन नहीं है, हस्बैंड बता सकते हैं आप। चलो, अब आपको पता चल गया कि ये जगह जो आपको बेची है वो गलत बंदों ने बेची है? हाँ जी, उस 4-5 किस्त देने के बाद ही पता लगा था हमें। अच्छा, बाद में पता चला था। तो अभी आप रह रहे हैं इस मकान? हाँ जी। इधर वो सामने है मकान? उधर सामने टी पॉइंट। अच्छा, उधर अच्छा, इधर वाली साइड है, ठीक है। और किसने लिया जी? हाँ जी, क्या नाम आपका? मेरा नाम जगन्नाथ पाल। जगन्नाथ जी, आपने भी लिया था मकान? हाँ जी, लिया किस्तों पर ही वैसे ही? किस्तों पे। क्या कौन मालिक था? वो अवतार सिंह था। अवतार सिंह था। आपका जो? हाँ जी, अवतार सिंह जी थे। अवतार सिंह। ये रहने वाले कहाँ के अवतार सिंह? अब ये नहीं, हमको इतना पता नहीं है कहाँ के रहने वाले हैं, ठीक है। हम लोग हैं पे की, ठीक है। यहाँ हम लोग दिहाड़ी करते बंदे, गरीब बंदे हैं, दिहाड़ी करके काम अपने जैसे बने गुड़िया करके चलाते थे, ठीक है। जितना पैसा पूछता था हम लोग किस्त भरते थे। अब कितनी किस्त भर दिया? 3 के आसपास पहुँच गया हमारा। 3 लाख के पास? हाँ जी। अभी रहते कितने? अभी वो उसका रहता है 1.5 के आसपास रहता है। वो मांगता है वो आके? जी, वो बाबा आता है, मांगते सारा कुछ करते हैं जी। गाली भी देते हैं, पैसे नहीं देते हैं, बोलते हैं हमारी किस्त दो। अच्छा हाँ जी। अच्छा, तो आपने भी यहाँ पे लिया हुआ मकान? हाँ, हमारा देवर है, हमारे देवर बोल रहे हैं। ठीक है जी। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਨੇ ਜਿਹੜੇ ਇਸ ਟਾਈਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਠੱਗੀ ਵੀ ਬੜੇ ਹੀ ਜਿਹੜੀ ਆ ਅਜੀਬ ਢੰਗ ਦੀ ਹੈ। ਕਿਰਾਏ ਤੋਂ ਬਚਣ ਲਈ ਇਹਨਾਂ ਪ੍ਰਵਾਸੀ ਬੰਦਿਆਂ ਨੇ ਜਿਹੜੇ ਇੱਥੇ ਮਕਾਨ ਲਏ ਛੋਟੇ ਛੋਟੇ, ਉਹਨਾਂ ਦੀਆਂ ਹੱਡ ਭੰਨਵੀਂ ਮਿਹਨਤ ਕਰਕੇ ਪੈਸਾ ਉਤਾਰ ਰਹੇ ਨੇ। ਕਿਸੇ ਦਾ 50,000 ਰਹਿ ਗਿਆ, ਕਿਸੇ ਦਾ ਲੱਖ ਰਹਿ ਗਿਆ ਦੇਣ ਵਾਲਾ। ਤਾਂ ਹੁਣ ਪਤਾ ਲੱਗਿਆ कि इस ज़मीन का तो मालिक ही कोई और है। डीलर हैं सोनू, वो उन्हीं से हम लोग लिए थे। हम लोग के सामने मकान है, वही है। जो किस्त है 2.25 लाख में हम लोग दिए थे, 2.25 लाख हम लोग दिए। उसके बाद ये लोग बोले और किस्त दो, ऐसे हम लोग को देते गए, फंसाते गए लोग। ये नहीं मालूम था ये हम लोग का वो सरकारी में है। अगल बगल से पूछी था, मेरे को पता चला कि मतलब ये रजिस्ट्री नहीं हो रही, पैसा बंद रोक दो। हाँ, हमने रोक दिए पैसे। इतनी जो कंपनी में मैं काम कर रहा हूँ वही हाथ, मेरा हाथ कटा हुआ है, देना हाथ भी नहीं है, कैसे मैं काम करूँ? इतने बच्चों लेके हम कैसे कैसे किए हैं, हम लोग को क्या पता। अगर पता होता तो हम लोग यहाँ नहीं लेते, 1-2 साल बाद ही लेते, 5 साल बाद ही लेते, कहीं और रह लेते जगह बढ़िया देख के।
लेकिन उन्होंने हम लोग को फंसा दिया। कहते हैं तो कहते हैं कि रजिस्ट्री होगा, लाओ पैसा करा कर देते हैं। हाँ कह रहे थे कि 9,000 रुपया गज दोगे तो हम रजिस्ट्री करके देंगे, ठीक, लेकिन 9,000 जो भी दिए उनका भी रजिस्ट्री नहीं हुआ है, ना कोई सुनवाई है। 9,000 भी बेचे हैं, खान में 8.5 में बेचे। देख सकते हो कि लोग ਜਿਹੜਾ ठगे हुए ने। हम लोग के साथ हम लोग जाहिल जट है, अनपढ़ है, हम लोग का कुछ पता नहीं था। अगर ठगी ठोरी किया है डीलर ने, हम लोग अनपढ़ गवार थे, उसने बोला हमने बैंक से रजिस्ट्री करवाएंगे, हमने सारा कुछ करेंगे। हमारे साथ अगर ठगी ठोरी हुआ है तो इसका सरकार के समाधान करना होगा। जो लगित लगा हुआ है उसको मुआवजा दे दे। हम लोग सरकार से मुआवजा मांगते हैं जी, या तो डीलर दे, उसने एग्रीमेंट बना के दिया हुआ है, बोला है जो कोई तरह की दिक्कत होगा हम बैठे हुए हैं। ठीक है, आपने भी यहाँ पे लिया है मकान? जी 40 गज है। क्या नाम है आपका? रंजीत राय। रंजीत जी, कितने में आपने लिया था? ये 8600 रुपये पर गज है। तो आपके पैसे चले गए? पैसा उनको हमने दिए हैं 1,15,000 कुल रुपया। किस्तों में दिया आपने? जी 1,15,000 हम हार्ट के परसेंट है, हमको घबराहट होता रहता है। पटवारी साहब, तहसीलदार साहब ਇੱਥੇ ਪਹੁੰਚੇ ਨੇ। ਪਟਵਾਰੀ ਚਮਕੌਰ ਸਿੰਘ ਜੀ ਵੀ ਮੌਜੂਦ ਨੇ ਇੱਥੇ। ਉਹਨਾਂ ਵੱਲੋਂ ਜਿਹੜਾ ਦੇਖਿਆ ਜਾ ਰਿਹਾ ਕਿ ਜਿਹੜੇ ਬੋਰਡ ਲਗਾਏ ਜਾ ਰਹੇ ਨੇ, ਅੱਜ ਤੁਸੀਂ ਦੇਖ ਸਕਦੇ ਹੋ ਮਾਣਯੋਗ ਅਦਾਲਤ ਵੱਲੋਂ ਜਿਹੜਾ ਹੁਕਮ ਹੋਇਆ ਹੈਗਾ ਬੋਰਡ ਲਗਾਉਣ ਦਾ। ਪਟਵਾਰੀ ਸਾਹਿਬ, ਇਹ ਜਗ੍ਹਾ ਦੀ ਮਾਲਕੀਅਤ ਨੂੰ ਲੈ ਕੇ ਜਿਹੜਾ ਕੇਸ ਚੱਲ ਰਿਹਾ ਹੈਗਾ, ਤੇ ਇਹ ਮਕਾਨਾਂ ਦੀ ਜਿਹੜੀ ਉਸਾਰੀ ਇਸ ਤਰ੍ਹਾਂ ਹੋ ਜਾਣੀ, ਤਾਂ ਇਹ ਕਿਸ ਤਰ੍ਹਾਂ ਸੰਭਵ ਹੈਗਾ ਜੀ? ਇਹ ਤਾਂ ਹੁਣ ਆਪਣੀ ਮਾਰ ਰਿਕਾਰਡ 'ਚ ਤਾਂ ਹੈਗੀ ਆ, ਮਾਲਕੀ ਜਿਹੜੀ ਹੈਗੀ ਆ ਮਹੰਤਾਂ ਦੀ ਦਿਲਬਾਗ ਰਾਏ ਦੀ ਹੈਗੀ ਆ ਜੀ। ਜਿਹੜੀ ਆ ਮਾਨਯੋਗ ਅਦਾਲਤ ਕੋਰਟ ਦੇ ਰਾਬਟਾ ਇੰਦਰਾਜ ਹੋਏ ਨੇ, ਰੋਕ ਲੱਗੀ ਹੋਈ ਹੈ ਤੇ ਠੀਕ ਹੈ, ਤੇ ਆਹ ਜਗ੍ਹਾ ਉਹਦੇ ਹੁਣ ਡੀ ਸਾਹਿਬ ਦੇ ਹੁਕਮ ਮੁਤਾਬਕ ਆਹ ਬੋਰਡ ਲਗਾਏ ਜਾ ਰਹੇ ਨੇਗੇ ਇਹਨਾਂ ਦੇ ਵੀ ਇਹਦੀ ਖਰੀਦ ਵਗੈਰਾ ਬੰਦ ਕੀਤੀ ਜਾਂਦੀ ਆ। ਠੀਕ ਹੈ ਜੀ। ਤੇ ਇਹ ਪਟਵਾਰੀ ਸਾਹਿਬ ਹੋਰ ਵੀ ਇਲਾਕੇ ਦੇ ਵਿੱਚ ਜਗ੍ਹਾ ਹੈਗੀ ਹੈ? ਇਹ ਹੋਰ ਸਰਕਲਾਂ 'ਚ ਹੈਗੀਆਂ ਨੇ ਜੀ ਜਗ੍ਹਾ, ਦਿਲਬਾਗ ਰਾਏ ਮਹੰਤਾਂ ਦੀ ਜਗ੍ਹਾ ਹੋਰ ਸਰਕਲਾਂ 'ਚ ਵੀ ਹੈਗੀਆਂ ਨੇ ਜੀ। ਉੱਥੇ ਵੀ ਬੋਰਡ ਲਗਾਏ ਗਏ? ਹਾਂਜੀ, ਸਾਰੇ ਸਰਕਲਾਂ 'ਚ ਹੀ ਇਹ ਹੁਣ ਸਾਰੇ ਵਾਰੀ ਲਗਾ ਰਹੇ ਨੇ, ਸਾਰੇ ਸਰਕਲਾਂ 'ਚ ਜਿਹੜੇ ਸਰਕਲ 'ਚ ਹੈਗੀ ਆ ਜਗ੍ਹਾ ਇਹਨਾਂ ਦੀ। ਠੀਕ ਹੈ ਜੀ। ਇਹ ਹੁਣ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਇਹਨਾਂ ਦੇ ਉੱਪਰ ਹੋ ਸਕਦੀ ਹੈ ਜੀ, ਜਿਹੜੇ ਲੋਕ ਵੇਚੀ ਜਾ ਰਹੇ ਨੇ ਇਸ ਜਗ੍ਹਾ? ਇਹ ਸਰ ਦੇਖੋ, ਜਿਵੇਂ ਆਹ ਸੀਗੇ ਆ ਬੈਠੇ ਨੇਗੇ ਵਿਚਾਰੇ, ਉਹਨਾਂ ਨੇ ਕਿਸ਼ਤਾਂ ਪਰ ਕਹਿੰਦੇ ਨੇ ਅਸੀਂ ਕਿਸ਼ਤਾਂ ਪਰ ਪੈਸੇ ਪੂਰੇ ਕੀਤੇ ਆ। ਇਹ ਹੁਣ ਇਹਨਾਂ ਕੋਲੇ ਨਾ ਵਿਚਾਰਿਆਂ ਕੋਲ ਕੋਈ ਰਜਿਸਟਰੀ, ਬੈਠੇ ਆ, ਪਤਾ ਨਹੀਂ ਹੁਣ ਇਹਨਾਂ ਨੂੰ ਕੌਣ ਇਹਨਾਂ ਨਾਲ ਫਰੋਡ ਹੈ ਕਿ ਫਰੋਡ ਕਿਸਮ ਦਾ ਹੀ ਹੋ ਗਿਆ ਜੀ। ਇਹ ਹੁਣ ਵਿਚਾਰੇ ਦੇਖੋ ਕਿੱਧਰ ਨੂੰ ਜਾਣਗੇ, ਹੈ ਨਾ। ਬਿਲਕੁਲ ਜੀ, ਉਹੀ ਗੱਲ ਇਹਨਾਂ ਦਾ ਵਿਚਾਰਾ, ਇਹਨਾਂ ਵਿਚਾਰਿਆਂ ਨੂੰ ਹੁਣ ਨਾ ਜਗ੍ਹਾ ਮਿਲ ਰਹੀ ਹੈ ਜੀ, ਤੇ ਨਾ ਹੀ ਵਿਚਾਰਿਆਂ ਦਾ ਪੈਸਾ ਵਾਪਸ ਮੁੜਦਾ ਲੱਗਦਾ। ਵਾਪਸ ਨਾ ਹੀ ਪੈਸਾ ਵਾਪਸ ਮੁੜਦਾ। ਇਹਨਾਂ ਨੂੰ ਇੱਕ ਕਿਸਮ ਦਾ ਫਰੋਡ ਹੀ ਆ, ਪਤਾ ਨਹੀਂ ਕਿਹਨੇ ਇਹਨਾਂ ਨਾਲ ਗਲਤ ਕੀਤਾ ਹੈ ਨਾ ਜੀ ਇਹ। ਠੀਕ ਹੈ ਜੀ ਪਟਵਾਰੀ ਸਾਹਿਬ, ਧੰਨਵਾਦ ਜੀ। ਤਾਂ ਦੇਖ ਸਕਦੇ ਹੋ ਤੁਸੀਂ ਬੋਰਡ ਜਿਹੜਾ ਲਗਾਇਆ ਜਾ ਰਿਹਾ ਹੈਗਾ, ਕਿਹਾ ਜਾ ਰਿਹਾ ਕਿ ਅਵਤਾਰ ਸਿੰਘ ਔਰ ਨਿਰਮਲ ਸਿੰਘ ਕੁਝ ਔਰ 3 ਵਿਅਕਤੀਆਂ ਦੇ ਜਿਹੜੇ ਨਾਮ ਦੱਸੇ ਜਾ ਰਹੇ ਨੇ, ਜਿਨ੍ਹਾਂ ਵੱਲੋਂ ਜਗ੍ਹਾ ਵੇਚੀ ਗਈ ਹੈ ਇਹਨਾਂ ਨੂੰ। ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਲਕਾ ਦੱਖਣੀ ਦੇ ਵਿਧਾਇਕ ਗੁਰਜਿੰਦਰਪਾਲ ਕੌਰ ਛੀਨਾ ਜਿਹੜੇ ਮੁੱਖ ਤੌਰ 'ਤੇ ਇੱਥੇ ਪਹੁੰਚੇ ਸੀਗੇ, ਔਰ ਕਿਹਾ ਜਾ ਰਿਹਾ ਕਿ ਜਿਹੜੀ ਹੈ ਬੋਰਡ ਲਾਉਣ ਤੋਂ ਬਾਅਦ ਹੋਰ ਵੀ ਜਿਹੜੀ ਹੈ ਇੱਥੇ ਕਾਰਵਾਈ ਹੋ ਸਕਦਾ। ਉਸਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਢਾਣ ਦੀ ਵੀ ਹੈ ਜਿਹੜੀ ਕਾਰਵਾਈ ਹੋ ਸਕਦੀ ਹੈ। ਇਸ ਕਰਕੇ ਜਿਹੜੇ ਮਨ ਡਰੇ ਹੋਏ ਨੇ ਉਹਨਾਂ ਲੋਕਾਂ ਦੇ, ਜਿਨ੍ਹਾਂ ਨੇ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਇਹ ਮਕਾਨ ਲਏ ਨੇ। ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ। ਕੈਮਰਾ ਪਰਸਨ ਮਨੋਜ ਕੁਮਾਰ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।